ਇਤਿਹਾਸ ਦੇ ਨਾਲ ਜੁੜਿਆ ਹੋਇਆ ਬਹੁਤ ਮਹੱਤਵਪੂਰਨ ਟੌਪਿਕ ਹੈ। ਇਸੇ ਲੜੀ 'ਚ ਹੀ ਹੜੱਪਾ ਵਿਖੇ ਜੋ ਵੱਡਾ ਇਸ਼ਨਾਨ ਘਰ ਮਿਲਿਆ ਹੈ ਉਸ ਦਾ ਵੀ ਮਾਡਲ ਇਸ ਦੇ ਨਾਲ ਹੀ ਤਿਆਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇਸ ਮਾਡਲ ਦੇ ਥਰੂ ਪੂਰੀ ਦੀ ਪੂਰੀ ਹੜੱਪਾ ਸੱਭਿਅਤਾ ਨੂੰ ਦਿਖਾਇਆ ਜਾ ਸਕਦਾ ਹੈ ਔਰ ਵਿਦਿਆਰਥੀ ਇਸ ਟੌਪਿਕ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਲੈਂਦੇ ਨੇ ਔਰ ਇਤਿਹਾਸ ਹਮੇਸ਼ਾ ਹੀ ਰੁਚੀ ਭਰਪੂਰ ਵਿਸ਼ਾ ਰਿਹਾ ਹੈ ਵਿਦਿਆਰਥੀਆਂ ਦੇ ਲਈ। ਅਗਲਾ ਸਾਡਾ ਟੌਪਿਕ ਸਾਧਨਾ ਵਾਲੇ ਲੈਸਨ ਦੇ ਵਿੱਚੋਂ ਇਰੀਗੇਸ਼ਨ ਜਾਂ ਤੁਪਕਾ ਪ੍ਰਣਾਲੀ ਦਾ ਹੋ ਸਕਦਾ ਹੈ। ਇਸ ਦੇ ਵਿੱਚ ਅਸੀਂ ਪਾਣੀ ਦੀ ਬਚਤ ਦਾ ਮਾਡਲ ਤਿਆਰ ਕੀਤਾ ਹੈ ਵਿਦਿਆਰਥੀਆਂ ਨੇ। ਤੁਪਕਾ ਪ੍ਰਣਾਲੀ ਰਾਹੀਂ ਕਿਸ ਤਰ੍ਹਾਂ ਪਾਣੀ ਬਚਾਇਆ ਜਾ ਸਕਦਾ ਹੈ ਔਰ ਇਹ ਆਉਣ ਵਾਲੇ ਸਮੇਂ ਦੀ ਮੰਗ ਹੈ। ਇਸ ਤਰ੍ਹਾਂ ਰਿਸੋਰਸਿਸ ਲੈਸਨ ਦੇ ਵਿੱਚੋਂ ਤੁਪਕਾ ਪ੍ਰਣਾਲੀ ਦੇ ਉੱਪਰ ਬਹੁਤ ਸੋਹਣਾ ਮਾਡਲ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਵੱਡੇ ਬਲੈਕ ਬੋਰਡ ਦੇ ਉੱਪਰ ਭਾਰਤ ਦਾ ਵੱਡਾ ਨਕਸ਼ਾ ਤਿਆਰ ਕਰਕੇ ਉਸ ਦੇ ਉੱਪਰ ਸਾਰੇ ਸਟੇਟ ਅਤੇ ਉਹਨਾਂ ਦੀਆਂ ਰਾਜਧਾਨੀਆਂ ਨੂੰ ਲਿਖਿਆ ਜਾ ਸਕਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਟੇਟਸ ਅਤੇ ਉਹਨਾਂ ਦੀਆਂ ਕੈਪੀਟਲਸ ਬਾਰੇ ਆਸਾਨੀ ਦੇ ਨਾਲ ਜਾਣਕਾਰੀ ਮਿਲ ਸਕੇ ਅਤੇ ਉਸ ਨੂੰ ਉਹ ਯਾਦ ਰੱਖ ਸਕਣ। ਅਗਲਾ ਸਾਡਾ ਟੌਪਿਕ ਭਾਰਤੀ ਸੰਸਦ ਦੇ ਉੱਪਰ ਹੋ ਸਕਦਾ ਹੈ। ਭਾਰਤੀ ਸੰਸਦ ਦਾ ਮਾਡਲ ਤਿਆਰ ਕਰਕੇ ਵਿਦਿਆਰਥੀ ਲੋਅਰ ਹਾਊਸ ਅਤੇ ਅਪਰ ਹਾਊਸ ਲੋਕ ਸਭਾ ਅਤੇ ਰਾਜ ਸਭਾ ਬਾਰੇ ਜਾਣਕਾਰੀ ਦੇ ਸਕਦੇ ਨੇ ਔਰ ਇਹ ਸਾਡੀ ਭਾਰਤੀ ਸੰਸਦ ਦਾ ਇੱਕ ਨਮੂਨਾ ਵਿਦਿਆਰਥੀਆਂ ਦੁਆਰਾ ਬਣਾਇਆ ਗਿਆ ਹੈ। ਅਗਲਾ ਸਾਡਾ ਟੌਪਿਕ ਹੋ ਸਕਦਾ ਹੈ ਜਵਾਲਾਮੁਖੀ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਔਰ ਜਵਾਲਾਮੁਖੀ ਫਟਦਾ ਹੈ ਤਾਂ ਉਸ ਦੌਰਾਨ ਕਿਹੜੀਆਂ ਵਸਤੂਆਂ ਧਰਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਨੇ, ਜਵਾਲਾਮੁਖੀ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਔਰ ਭਾਰਤ ਦੇ ਵਿੱਚ ਕਿੱਥੇ ਕਿੱਥੇ ਜਵਾਲਾਮੁਖੀ ਪਾਏ ਜਾਂਦੇ ਨੇ। ਇਸ ਸੰਬੰਧ ਦੇ ਵਿੱਚ ਵਿਦਿਆਰਥੀ ਜਵਾਲਾਮੁਖੀ ਦਾ ਮਾਡਲ ਤਿਆਰ ਕਰ ਸਕਦੇ ਨੇ। ਇਸ ਤੋਂ ਨੈਕਸਟ ਐਨਵਾਇਰਨਮੈਂਟ ਦੇ ਉੱਪਰ ਬਹੁਤ ਸੋਹਣਾ ਮਾਡਲ ਬਣਾਇਆ ਜਾ ਸਕਦਾ ਹੈ ਜਿਸ ਦੇ ਅਧੀਨ ਜੀਵ ਮੰਡਲ, ਵਾਯੂ ਮੰਡਲ, ਜਲ ਮੰਡਲ ਅਤੇ ਥਲ ਮੰਡਲ, ਇਹਨਾਂ ਮੰਡਲਾਂ ਦੇ ਨਾਲ ਮਿਲ ਕੇ ਜੋ ਜੀਵ ਮੰਡਲ ਬਣਦਾ ਹੈ ਇਸ ਦੇ ਉੱਪਰ ਵਿਦਿਆਰਥੀ ਕੀ ਹੈ ਇਸ ਟੌਪਿਕ ਨੂੰ ਲੈ ਕੇ ਆਪਣਾ ਮਾਡਲ ਤਿਆਰ ਕਰ ਸਕਦੇ ਨੇ। ਨੈਕਸਟ ਟੌਪਿਕ ਸਾਡਾ ਧਰਤੀ ਦੇ ਮਾਡਲ ਨੂੰ ਲੈ ਕੇ ਗਲੋਬ ਨੂੰ ਲੈ ਕੇ ਹੋ ਸਕਦਾ ਹੈ ਜਿਸ ਵਿੱਚ ਵਿਦਿਆਰਥੀ ਧਰਤੀ ਦੇ ਝੁਕਾਅ 23 ਡਿਗਰੀ ਦੇ ਝੁਕਾਅ ਨੂੰ ਦਰਸਾਉਣ ਦੇ ਲਈ ਇਸ ਤਰ੍ਹਾਂ ਦਾ ਮਾਡਲ ਤਿਆਰ ਕਰ ਸਕਦੇ ਨੇ ਔਰ ਧਰਤੀ ਦੀ ਸਧਾਰਨ ਪੋਜੀਸ਼ਨ ਨੂੰ ਦਿਖਾਉਣ ਦੇ ਲਈ ਬਿਲਕੁਲ ਸਿੱਧਾ ਧਰਤੀ ਦਾ ਮਾਡਲ ਗਲੋਬ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਧਰਤੀ ਦੀ ਪ੍ਰਤੀਤਕ ਜੋ ਸਥਿਤੀ ਹੈ ਉਸ ਨੂੰ ਦਰਸਾਉਣ ਦੇ ਲਈ ਵਿਦਿਆਰਥੀ ਗਲੋਬ ਦਾ ਜੋ ਟੌਪਿਕ ਹੈ ਉਸ ਨੂੰ ਤਿਆਰ ਕਰ ਸਕਦੇ ਨੇ ਇਸ ਮੇਲੇ ਦੇ ਲਈ। ਇਸੇ ਲੜੀ ਤਹਿਤ ਨੈਕਸਟ ਟੌਪਿਕ ਸਾਡਾ ਹੋ ਸਕਦਾ ਹੈ ਉਪਗ੍ਰਹਿਾਂ ਨਾਲ ਸੰਬੰਧਿਤ। ਉਪਗ੍ਰਹਿਾਂ ਦੇ ਵਿੱਚ ਧਰਤੀ ਦੇ ਨਾਲ ਜੁੜੇ ਹੋਏ ਕੁਦਰਤੀ ਗ੍ਰਹਿ ਉਪਗ੍ਰਹਿ ਜਿਵੇਂ ਚੰਦ ਉਸ ਨੂੰ ਦਰਸਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਨੁੱਖ ਦੁਆਰਾ ਬਣਾਏ ਗਏ ਜੋ ਆਰਟੀਫਿਸ਼ੀਅਲ ਗ੍ਰਹਿ ਨੇ ਉਹਨਾਂ ਨੂੰ ਦਰਸਾਇਆ ਜਾ ਸਕਦਾ ਹੈ ਔਰ ਦੱਸਿਆ ਜਾ ਸਕਦਾ ਹੈ ਕਿ ਇਹ ਧਰਤੀ ਦੇ ਉੱਪਰ ਕਿਸ ਤਰ੍ਹਾਂ ਪਰਿਕਰਮਾ ਕਰਦੇ ਨੇ ਔਰ ਇਹਨਾਂ ਦੇ ਕੀ ਲਾਭ ਨੇ ਅਤੇ ਕੀ ਹਾਨੀਆਂ ਨੇ। ਇਸ ਟੌਪਿਕ ਨੂੰ ਲੈ ਕੇ ਇੱਕ ਮਾਡਲ ਤਿਆਰ ਕੀਤਾ ਜਾ ਸਕਦਾ ਹੈ। ਨੈਕਸਟ ਸਾਡਾ ਟੌਪਿਕ ਸੂਰਜ ਪਰਿਵਾਰ ਨਾਲ ਜੁੜਿਆ ਹੋ ਸਕਦਾ ਹੈ ਜਿਸ ਵਿੱਚ ਸੂਰਜ ਪਰਿਵਾਰ ਅਤੇ ਉਹਨਾਂ ਦੇ ਗ੍ਰਹਿਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਛੋਟੀ ਛੋਟੀ ਬਾਲਸ ਅਤੇ ਵੱਡੀ ਬਾਲ ਦੀ ਮਦਦ ਦੇ ਨਾਲ ਅਸੀਂ ਸੂਰਜੀ ਪਰਿਵਾਰ ਮੰਡਲ ਦੀ ਪੂਰੀ ਜਾਣਕਾਰੀ ਦੇ ਸਕਦੇ ਹਾਂ ਔਰ ਇਹ ਛੋਟੇ ਵਿਦਿਆਰਥੀਆਂ ਦੇ ਲਈ ਬੜਾ ਰੌਚਕ ਅਤੇ ਜਾਣਕਾਰੀ ਭਰਪੂਰ ਟੌਪਿਕ ਹੁੰਦਾ ਹੈ। ਇਸ ਨੂੰ ਅਸੀਂ ਟੌਪਿਕ ਦੇ ਤੌਰ 'ਤੇ ਵਿਦਿਆਰਥੀਆਂ ਨੂੰ ਦੇ ਸਕਦੇ ਹਾਂ। ਨੈਕਸਟ ਸਾਡਾ ਟੌਪਿਕ ਚੰਦ ਅਤੇ ਸੂਰਜ ਦੀਆਂ ਸਥਿਤੀਆਂ ਨੂੰ ਲੈ ਕੇ ਹੋ ਸਕਦਾ ਹੈ। ਇਹ ਇੱਕ ਵਰਕਿੰਗ ਮਾਡਲ ਹੈ ਜਿਸ ਵਿੱਚ ਸੂਰਜ, ਧਰਤੀ ਅਤੇ ਚੰਦ ਨੂੰ ਦੀਆਂ ਸਥਿਤੀਆਂ ਨੂੰ ਦਰਸਾਇਆ ਗਿਆ ਹੈ ਔਰ ਇਸ ਨੂੰ ਅਸੀਂ ਰੋਟੇਟ ਕਰਕੇ ਵੱਖ-ਵੱਖ ਚੰਦ ਦੀਆਂ ਸਥਿਤੀਆਂ ਨੂੰ ਦਰਸਾ ਸਕਦੇ ਹਾਂ ਕਿ ਵੱਖ-ਵੱਖ ਦਿਨਾਂ ਵਿੱਚ ਚੰਦ ਦੀ ਜੋ ਦਿਖਾਈ ਦੇਣ ਵਾਲੀ ਤਸਵੀਰ ਹੈ ਉਹ ਅਲੱਗ-ਅਲੱਗ ਕਿਉਂ ਹੁੰਦੀ ਹੈ। ਇਸ ਮਾਡਲ ਦੇ ਥਰੂ ਵਿਦਿਆਰਥੀ ਸਮਝਾ ਸਕਦੇ ਹਨ ਕਿ ਚੰਦ, ਸੂਰਜ ਅਤੇ ਧਰਤੀ ਦੀ ਸਥਿਤੀ ਵੱਖ-ਵੱਖ ਸਮੇਂ ਕਿਸ ਤਰ੍ਹਾਂ ਹੁੰਦੀ ਹੈ। ਅਗਲਾ ਸਾਡਾ ਟੌਪਿਕ ਭਾਰਤੀ ਮੁਦਰਾ ਦੇ ਇਤਿਹਾਸ ਨਾਲ ਜੁੜਿਆ ਹੋ ਸਕਦਾ ਹੈ ਜਿਸ ਵਿੱਚ ਵਿਦਿਆਰਥੀ ਪੁਰਾਣੀਆਂ ਪੰਚ ਮਾਰਗਟ ਸਿੱਕਿਆਂ ਤੋਂ ਲੈ ਕੇ ਆਧੁਨਿਕ ਨੋਟਾਂ ਦੇ ਰਾਹੀਂ ਇੱਕ ਚਾਰਟ ਦੇ ਉੱਪਰ ਲਗਾ ਕੇ ਇਸ ਮੁਦਰਾ ਦੇ ਇਤਿਹਾਸ ਨੂੰ ਦਰਸਾ ਸਕਦੇ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਸਿੱਕੇ ਚੱਲਦੇ ਸਨ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨੋਟ ਜਾਰੀ ਹੋਣ ਲੱਗੇ। ਤਾਂ ਇਹ ਵੀ ਇੱਕ ਵਧੀਆ ਟੌਪਿਕ ਹੋ ਸਕਦਾ ਹੈ ਵਿਦਿਆਰਥੀਆਂ ਦੇ ਲਈ। ਇਹ ਇਕਨੋਮਿਕਸ ਦਾ ਇੱਕ ਟੌਪਿਕ ਹੈ ਸਮਾਜਿਕ ਵਿਗਿਆਨ ਮੇਲੇ ਦੇ ਲਈ। ਨੈਕਸਟ ਸਾਡਾ ਟੌਪਿਕ EVM ਮਸ਼ੀਨ ਦਾ ਹੋ ਸਕਦਾ ਹੈ ਜੋ ਰਾਜਨੀਤਿਕ ਵਿਗਿਆਨ ਵਿਸ਼ੇ ਦੇ ਨਾਲ ਜੁੜਿਆ ਹੋਇਆ ਹੈ।
ਤਾਂ ਇਸ ਟੌਪਿਕ ਦੇ ਲਈ ਹੁਣੇ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉਸ ਸਮੇਂ ਪਾਰਟੀਆਂ ਡੰਮੀ ਮਸ਼ੀਨ ਦਿੰਦੀਆਂ ਨੇ, ਉਸ ਦੀ ਮਦਦ ਦੇ ਨਾਲ ਵਿਦਿਆਰਥੀਆਂ ਨੂੰ EVM ਮਸ਼ੀਨ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਟੌਪਿਕ ਨੂੰ ਵੀ ਮੇਲੇ ਦੇ ਲਈ ਲਿਆ ਜਾ ਸਕਦਾ ਹੈ। ਅਗਲਾ ਜੋ ਸਾਡਾ ਟੌਪਿਕ ਹੈ ਉਹ ਹੈ ਜਲ ਚੱਕਰ, ਜੋ ਸਾਇੰਸ ਅਤੇ ਸਮਾਜਿਕ ਵਿਗਿਆਨ ਦੋਨਾਂ ਦਾ ਸਾਂਝਾ ਵਿਸ਼ਾ ਹੈ, ਜਿਸ ਵਿੱਚ ਜਲ ਚੱਕਰ ਨੂੰ ਦਰਸਾਉਣ ਦੇ ਲਈ ਵਿਦਿਆਰਥੀ ਦਾ ਇੱਕ ਮਾਡਲ ਬਣਾਇਆ ਗਿਆ ਹੈ, ਜਿਸ ਵਿੱਚ ਪਾਣੀ ਦੇ ਵਾਸ਼ਪੀਕਰਨ, ਫਿਰ ਉਸ ਦੀ ਸੰਘਣਨ ਪ੍ਰਕਿਰਿਆ ਔਰ ਉਸ ਤੋਂ ਬਾਅਦ ਬੱਦਲ ਅਤੇ ਵਰਖਾ ਔਰ ਵਰਖਾ ਦਾ ਫਿਰ ਪਾਣੀ ਨਦੀਆਂ ਜਾਂ ਸਮੁੰਦਰਾਂ ਵਿੱਚ। ਤਾਂ ਇਸ ਤਰ੍ਹਾਂ ਇੱਕ ਜਲ ਚੱਕਰ ਦਾ ਟੌਪਿਕ ਵੀ ਵਿਦਿਆਰਥੀਆਂ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ। ਨੈਕਸਟ ਜੋ ਸਾਡਾ ਟੌਪਿਕ ਹੈ ਉਹ ਹੈ ਵਿਦਿਆਰਥੀਆਂ ਦੁਆਰਾ ਸੋਲਰ ਐਨਰਜੀ ਅਤੇ ਤੁਪਕਾ ਪ੍ਰਣਾਲੀ ਦੁਆਰਾ ਕਿਸ ਤਰ੍ਹਾਂ ਪਾਣੀ ਬਚਾਇਆ ਜਾ ਸਕਦਾ ਹੈ ਔਰ ਖੇਤੀ ਕੀਤੀ ਜਾ ਸਕਦੀ ਹੈ। ਤਾਂ ਇਹ ਖੇਤੀਬਾੜੀ ਦੇ ਪਾਠ ਨਾਲ ਜੁੜਿਆ ਹੋਇਆ ਇੱਕ ਟੌਪਿਕ ਹੈ ਔਰ ਆਉਣ ਵਾਲੇ ਸਮੇਂ ਦੀ ਮੰਗ ਹੈ, ਤਾਂ ਇਸ ਟੌਪਿਕ ਦੇ ਉੱਪਰ ਵੀ ਵਿਦਿਆਰਥੀ ਆਪਣਾ ਮਾਡਲ ਤਿਆਰ ਕਰ ਸਕਦੇ ਨੇ। ਅਗਲਾ ਸਾਡਾ ਟੌਪਿਕ ਇਤਿਹਾਸ ਵਿੱਚੋਂ ਹੋ ਸਕਦਾ ਹੈ। ਇਤਿਹਾਸਿਕ ਇਮਾਰਤਾਂ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਖਿੱਚਦੀਆਂ ਨੇ ਆਪਣੇ ਵੱਲ, ਤਾਂ ਵਿਦਿਆਰਥੀਆਂ ਵੱਲੋਂ ਕੁਤਬ ਮੀਨਾਰ, ਰੈੱਡ ਫੋਰਟ, ਇਸ ਤੋਂ ਇਲਾਵਾ ਤਾਜ ਮਹਿਲ ਅਤੇ ਦੂਸਰੀਆਂ ਹੋਰ ਮਹੱਤਵਪੂਰਨ ਇਤਿਹਾਸਿਕ ਇਮਾਰਤਾਂ ਦੇ ਮਾਡਲ ਤਿਆਰ ਕੀਤੇ ਜਾ ਸਕਦੇ ਨੇ। ਇਸ ਨੂੰ ਵੀ ਅਸੀਂ ਮੇਲੇ ਦੀ ਪ੍ਰਦਰਸ਼ਨੀ ਵਿੱਚ ਲਗਾ ਸਕਦੇ ਹਾਂ। ਅਗਲਾ ਸਾਡਾ ਟੌਪਿਕ ਨਦੀ ਦੇ ਜਲ ਪ੍ਰਵਾਹ ਖੇਤਰ ਦੇ ਨਾਲ ਜੁੜਿਆ ਹੋ ਸਕਦਾ ਹੈ ਕਿ ਨਦੀ ਪਹਾੜਾਂ ਦੇ ਵਿੱਚੋਂ ਕਿਸ ਤਰ੍ਹਾਂ ਨਿਕਲਦੀ ਹੈ ਔਰ ਮੈਦਾਨੀ ਖੇਤਰ ਦੇ ਵਿੱਚ ਆਉਣ ਦੇ ਨਾਲ ਕਿਸ ਤਰ੍ਹਾਂ ਦੇ ਮੈਦਾਨ ਬਣਾਉਂਦੀ ਹੈ। ਖਾਦਰ ਦੇ ਮੈਦਾਨ, ਭਾਬਰ ਦੇ ਮੈਦਾਨ ਅਤੇ ਬਾਂਗਰ ਦੇ ਮੈਦਾਨ, ਇਹਨਾਂ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਔਰ ਨਦੀ ਰਸਤੇ ਦੇ ਵਿੱਚ ਕਿਹੜੇ ਜਾਣ ਸਮੇਂ ਜਲ ਅਤੇ ਥਲ ਰੂਪ ਬਣਾਉਂਦੀ ਹੈ, ਡੈਲਟਾ ਬਣਾਉਂਦੀ ਹੈ। ਤਾਂ ਇਸ ਤਰ੍ਹਾਂ ਨਦੀ ਦੇ ਜੀਵਨ ਦੇ ਉੱਪਰ ਟੌਪਿਕ ਦੇ ਉੱਪਰ ਇੱਕ ਬਹੁਤ ਸੋਹਣਾ ਮਾਡਲ ਬਣਾਇਆ ਜਾ ਸਕਦਾ ਹੈ। ਇਹ ਡੈਲਟਾ ਦੀ ਸ਼ੇਪ ਹੈ, ਇਹ ਪਹਾੜਾਂ ਦੇ ਵਿੱਚੋਂ ਨਿਕਲਦੀ ਹੈ, ਤਾਂ ਇਹ ਇੱਕ ਨਦੀ ਦਾ ਜੀਵਨ ਹੈ। ਤਾਂ ਇਸ ਨਦੀ ਜੀਵਨ ਦੇ ਉੱਪਰ ਵੀ ਟੌਪਿਕ ਦੇ ਉੱਪਰ ਅਸੀਂ ਇੱਕ ਮਾਡਲ ਤਿਆਰ ਕਰ ਸਕਦੇ ਹਾਂ। ਨੈਕਸਟ ਸਾਡਾ ਜੋ ਟੌਪਿਕ ਹੈ ਉਹ ਮਿੱਟੀਆਂ ਨੂੰ ਲੈ ਕੇ ਬਣਾਇਆ ਗਿਆ ਹੈ। ਇਸ ਦੇ ਲਈ ਇੱਕ ਭਾਰਤ ਦਾ ਨਕਸ਼ਾ ਲੈ ਕੇ ਉਹ ਇੱਕ ਕਾਰਡਬੋਰਡ ਦੇ ਨੀਚੇ ਲਗਾਇਆ ਗਿਆ ਹੈ ਔਰ ਉੱਪਰੋਂ ਕਾਰਡਬੋਰਡ ਵੱਖ-ਵੱਖ ਰਾਜਾਂ ਦੇ ਰੂਪ ਵਿੱਚ ਕੱਟਿਆ ਗਿਆ ਹੈ। ਜੇਕਰ ਵਿਦਿਆਰਥੀ ਇਹ ਜਾਣਨਾ ਚਾਹੁੰਦੇ ਨੇ ਕਿ ਮੱਧ ਪ੍ਰਦੇਸ਼ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਹੈ, ਤਾਂ ਇੱਕ ਵਰਕਿੰਗ ਮਾਡਲ ਹੈ। ਇੱਥੋਂ ਅਸੀਂ ਮੱਧ ਪ੍ਰਦੇਸ਼ ਦਾ ਜੋ ਜੇ ਵਾਲਾ ਭਾਗ ਹੈ, ਟੁਕੜਾ ਹੈ, ਉਸ ਨੂੰ ਅਸੀਂ ਚੱਕਾਂਗੇ ਤਾਂ ਨੀਚੇ ਮੱਧ ਪ੍ਰਦੇਸ਼ ਦੇ ਲਿਖਿਆ ਹੋਵੇਗਾ ਕਾਲੀ ਮਿੱਟੀ ਪ੍ਰਦੇਸ਼। ਤਾਂ ਇਸ ਤਰ੍ਹਾਂ ਵਿਦਿਆਰਥੀ ਵੱਖ-ਵੱਖ ਰਾਜਾਂ ਵਿੱਚ ਪਾਈ ਜਾਣ ਵਾਲੀਆਂ ਮਿੱਟੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਅਗਲਾ ਸਾਡਾ ਟੌਪਿਕ ਬੱਦਲਾਂ ਦੀਆਂ ਕਿਸਮਾਂ ਨੂੰ ਲੈ ਕੇ ਹੋ ਸਕਦਾ ਹੈ ਕਿ ਬੱਦਲ ਕਿੰਨੀ ਕਿਸਮ ਦੇ ਹੁੰਦੇ ਨੇ ਔਰ ਇਹ ਬੱਦਲਾਂ ਦਾ ਮਾਡਲ ਬਣਾਉਣ ਦੇ ਲਈ ਵਿਦਿਆਰਥੀ ਰੂੰ ਦੀ ਵਰਤੋਂ ਕਰ ਸਕਦੇ ਨੇ, ਅਤੇ ਜਿਸ ਵਿੱਚ ਬੱਦਲਾਂ ਦੀਆਂ ਲਗਭਗ ਜੋ ਮਹੱਤਵਪੂਰਨ 4 ਕਿਸਮਾਂ ਨੇ ਉਹਨਾਂ ਨੂੰ ਦਰਸਾਇਆ ਗਿਆ ਹੈ। ਔਰ ਵਰਖਾ ਬੱਦਲ ਕਿਸ ਤਰ੍ਹਾਂ ਦੇ ਹੁੰਦੇ ਨੇ, ਕਪਾਹੀ ਬੱਦਲਾਂ ਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ, ਵੱਖ-ਵੱਖ ਬੱਦਲਾਂ ਸੰਬੰਧੀ ਇਸ ਤਰ੍ਹਾਂ ਦਾ ਮਾਡਲ ਤੁਸੀਂ ਤਿਆਰ ਕਰ ਸਕਦੇ ਹੋ। ਨੈਕਸਟ ਸਾਡਾ ਟੌਪਿਕ ਮੈਦਾਨੀ ਇਲਾਕਿਆਂ ਦੀ ਖੇਤਰੀ ਵੰਡ ਹੋ ਸਕਦੀ ਹੈ, ਜਿਸ ਵਿੱਚ ਭਾਬਰ ਦੇ ਮੈਦਾਨ, ਖਾਦਰ ਦੇ ਮੈਦਾਨ, ਬਾਂਗਰ ਦੇ ਮੈਦਾਨ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਇਸ ਮਾਡਲ ਦੇ ਥਰੂ ਦਰਸਾਈਆਂ ਜਾ ਸਕਦੀਆਂ ਨੇ। ਨੈਕਸਟ ਸਾਡਾ ਟੌਪਿਕ ਪੱਥਰ ਯੁੱਗ ਹੋ ਸਕਦਾ ਹੈ, ਜਿਸ ਵਿੱਚ ਪੱਥਰ ਯੁੱਗ ਦੇ ਸਮੇਂ ਮਨੁੱਖ ਦਾ ਵਿਕਾਸ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਪਹੀਏ ਦੀ ਖੋਜ ਹੋਈ ਔਰ ਕਿਸ ਤਰ੍ਹਾਂ ਮਨੁੱਖ ਨੇ ਪਹਿਲਾਂ ਪੱਥਰਾਂ ਦੀ ਵਰਤੋਂ ਦੇ ਨਾਲ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕੀਤਾ, ਫਿਰ ਕਿਸ ਤਰ੍ਹਾਂ ਹੌਲੀ-ਹੌਲੀ ਖੇਤੀਬਾੜੀ ਦਾ ਵਿਕਾਸ ਹੋਇਆ। ਤਾਂ ਇਸ ਮਾਡਲ ਦੇ ਥਰੂ ਅਸੀਂ ਪੁਰਾਤਨ ਪੱਥਰ ਯੁੱਗ ਦੇ ਬਾਰੇ ਜਾਣਕਾਰੀ ਦੇ ਸਕਦੇ ਹਾਂ। ਇਹ ਇੱਕ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਬਹੁਤ ਸੋਹਣਾ ਮਾਡਲ ਹੋਵੇਗਾ। ਸਿੰਧ ਘਾਟੀ ਦੀ ਸੱਭਿਅਤਾ ਦੇ ਉੱਪਰ ਇੱਕ ਹੋਰ ਟੌਪਿਕ ਬਣਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਕਿਸ ਤਰ੍ਹਾਂ ਦੇ ਬਰਤਨ ਸਾਨੂੰ ਮਿਲੇ ਨੇ। ਤਾਂ ਵਿਦਿਆਰਥੀਆਂ ਨੇ ਇਹ ਕੱਚੀ ਮਿੱਟੀ ਦੀ ਵਰਤੋਂ ਕਰਦੇ ਹੋਏ ਉਸ ਸਮੇਂ ਦੇ ਬਰਤਨਾਂ ਨੂੰ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਨੈਕਸਟ ਸਾਡਾ ਟੌਪਿਕ ਧਰਤੀ ਦੀਆਂ ਅੰਦਰੀ ਪਰਤਾਂ ਬਾਰੇ ਹੋ ਸਕਦਾ ਹੈ ਕਿ ਧਰਤੀ ਉੱਪਰ ਤੋਂ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ ਔਰ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਦੇ ਲਈ ਕਿ ਧਰਤੀ ਅੰਦਰੋਂ ਕਿਸ ਤਰ੍ਹਾਂ ਦੀ ਹੈ, ਇਸ ਦੇ ਲਈ ਇੱਕ ਗਲੋਬਨੁਮਾ ਬੋਲ ਦੀ ਮਦਦ ਦੇ ਨਾਲ ਧਰਤੀ ਦੇ ਅੰਦਰੀਵ ਨੂੰ ਦਿਖਾਇਆ ਜਾ ਸਕਦਾ ਹੈ ਕਿ ਕੋਰ ਦੇ ਵਿੱਚ ਕਿਸ ਤਰ੍ਹਾਂ ਹੈ ਔਰ ਮੈਟਲ ਭਾਗ ਕਿਸ ਤਰ੍ਹਾਂ ਹੈ। ਤਾਂ ਇਸ ਦੇ ਉੱਪਰ ਵੀ ਵਿਦਿਆਰਥੀ ਇੱਕ ਛੋਟਾ ਜਿਹਾ ਮਾਡਲ ਤਿਆਰ ਕਰ ਸਕਦੇ ਨੇ।
ਨੈਕਸਟ ਸਾਡਾ ਟੌਪਿਕ ਭੁਚਾਲ ਮਾਡਲ ਹੋ ਸਕਦਾ ਹੈ, ਜਿਸ ਵਿੱਚ ਭੁਚਾਲ ਆਉਂਦਾ ਦਿਖਾਇਆ ਜਾ ਸਕਦਾ ਹੈ ਔਰ ਉਸ ਸਮੇਂ ਕਿਸ ਤਰ੍ਹਾਂ ਨੁਕਸਾਨ ਹੁੰਦੇ ਨੇ, ਬਿਲਡਿੰਗਾਂ ਡਿੱਗਦੀਆਂ ਨੇ। ਇਹ ਮਾਡਲ ਦੇ ਥਰੂ ਵਿਦਿਆਰਥੀ ਭੁਚਾਲ ਦੇ ਸਮੇਂ ਹੋਣ ਵਾਲੇ ਨੁਕਸਾਨ ਅਤੇ ਉਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ, ਇਸ ਦੀ ਜਾਣਕਾਰੀ ਦੇ ਸਕਦੇ ਨੇ। ਸੂਰਜੀ ਪਰਿਵਾਰ ਨੂੰ ਲੈ ਕੇ ਇੱਕ ਵਰਕਿੰਗ ਮਾਡਲ ਬਣਾਇਆ ਜਾ ਸਕਦਾ ਹੈ, ਜਿਸ ਵਿੱਚ ਵਿਚਕਾਰ ਬੱਲਬ ਲਗਾ ਕੇ ਸੂਰਜ ਦਾ ਪ੍ਰਤੀਕ ਔਰ ਬਾਕੀ ਦੇ ਜੋ ਗ੍ਰਹਿ ਨੇ ਉਸ ਆਲੇ ਦੁਆਲੇ ਘੁੰਮਦੇ ਇੱਕ ਵਰਕਿੰਗ ਮਾਡਲ ਵੀ ਤਿਆਰ ਕੀਤਾ ਜਾ ਸਕਦਾ ਹੈ। ਨੈਕਸਟ ਸਾਡਾ ਟੌਪਿਕ ਜੋ ਸਭ ਤੋਂ ਮਹੱਤਵਪੂਰਨ ਅਤੇ ਰੋਚਕ ਹੈ, ਇਸ ਮੇਲੇ ਦੇ ਦੌਰਾਨ ਤੁਸੀਂ ਰੋਲ ਪਲੇ ਵੀ ਕਰਵਾ ਸਕਦੇ ਹੋ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 2 ਵਿਦਿਆਰਥੀ ਇੱਕ ਰਾਣੀ ਝਾਂਸੀ ਬਾਈ ਔਰ ਇੱਕ ਉਹਦਾ ਸਹਾਇਕ ਦੇ ਤੌਰ 'ਤੇ ਬਣੇ ਹੋਏ ਨੇ ਔਰ ਉਹਨਾਂ ਦੇ ਰੋਲ ਨੂੰ ਇਹ ਪਲੇ ਕਰ ਰਹੇ ਨੇ, ਜਿਸ ਵਿੱਚ 1857 ਦੇ ਵਿਦਰੋਹ ਨੂੰ ਦਿਖਾਇਆ ਗਿਆ ਹੈ। ਵਿਦਿਆਰਥੀ ਮੰਗਲ ਪਾਂਡੇ ਅਤੇ ਹੋਰ ਵੱਖ-ਵੱਖ ਸੁਤੰਤਰਤਾ ਸੈਨਾਨੀਆਂ ਦੇ ਰੋਲ ਪਲੇ ਕਰ ਸਕਦੇ ਨੇ ਔਰ ਇੱਕ ਛੋਟਾ ਜਿਹਾ ਨਾਟਕ ਖੇਡ ਕੇ ਇਸ ਮੇਲੇ ਨੂੰ ਹੋਰ ਜ਼ਿਆਦਾ ਰੌਚਕ ਬਣਾਇਆ ਜਾ ਸਕਦਾ ਹੈ। ਇਹ ਵੀ ਇੱਕ ਇਸ ਦਾ ਭਾਗ ਹੋ ਸਕਦਾ ਹੈ ਸਮਾਜਿਕ ਵਿਗਿਆਨ ਮੇਲੇ ਦਾ। ਨੈਕਸਟ ਟੌਪਿਕ ਸਾਡਾ ਭੁਚਾਲ ਨੂੰ ਲੈ ਕੇ ਹੀ ਹੋ ਸਕਦਾ ਹੈ ਕਿ ਧਰਤੀ ਅੰਦਰ ਭੁਚਾਲ ਕਿੱਥੇ ਆਉਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ ਔਰ ਧਰਤੀ ਦੇ ਉੱਪਰ ਸਭ ਤੋਂ ਵੱਧ ਨੁਕਸਾਨ ਭੁਚਾਲ ਕਿੱਥੇ ਅਤੇ ਭੁਚਾਲ ਦੇ ਨਾਲ ਹੋਰ ਹੋਣ ਵਾਲੇ ਨੁਕਸਾਨਾਂ ਬਾਰੇ ਵਿਦਿਆਰਥੀ ਇਸ ਰਾਹੀਂ ਜਾਣਕਾਰੀ ਦੇ ਸਕਦੇ ਨੇ। ਭੁਚਾਲ ਨੂੰ ਮਾਪਣ ਵਾਲੇ ਯੰਤਰ ਸਿਸਮੋਗ੍ਰਾਫ ਦਾ ਵੀ ਮਾਡਲ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਵਿਦਿਆਰਥੀ ਇੱਕ ਪੈਨ ਦੀ ਮਦਦ ਦੇ ਨਾਲ ਨੀਚੇ ਫੇਵੀਕੋਲ ਟਿਊਬ ਲਗਾ ਕੇ ਇਸ ਦੇ ਉੱਪਰ ਮੋਟਰ ਲਗਾ ਕੇ ਮੋਟਰ ਰਾਹੀਂ ਫੇਵੀਕੋਲ ਟਿਊਬ ਨੂੰ ਚਲਾ ਕੇ ਔਰ ਇਸ ਦੇ ਉੱਪਰ ਨਿਸ਼ਾਨ ਲੱਗਣਗੇ। ਇਸ ਤਰ੍ਹਾਂ ਜਿਸ ਤਰ੍ਹਾਂ ਹਿਲਜੁਲ ਹੋਵੇਗੀ ਤਾਂ ਇਹ ਨਿਸ਼ਾਨ ਵੱਡੇ ਹੁੰਦੇ ਜਾਣਗੇ। ਤਾਂ ਇਸ ਤਰ੍ਹਾਂ ਇਹ ਇੱਕ ਸਿਸਮੋਗ੍ਰਾਫ ਦਾ ਮਾਡਲ ਤਿਆਰ ਹੋ ਸਕਦਾ ਹੈ ਜੋ ਭੁਚਾਲ ਮਾਪਣ ਦੇ ਲਈ ਵਰਤੋਂ ਕੀਤਾ ਜਾਂਦਾ ਹੈ। ਨੈਕਸਟ ਇੱਕ ਨਿਵੇਕਲੇ ਤੌਰ ਦਾ ਤੁਸੀਂ ਵਿਦਿਆਰਥੀਆਂ ਤੋਂ ਟੌਪਿਕ ਤਿਆਰ ਕਰਵਾ ਸਕਦੇ ਹੋ, ਜਿਸ ਦੇ ਲਈ ਤੁਸੀਂ ਬਲੈਕ ਬੋਰਡ ਦੇ ਉੱਪਰ ਭਾਰਤ ਦਾ ਨਕਸ਼ਾ ਤਿਆਰ ਕਰ ਸਕਦੇ ਹੋ ਅਤੇ ਵੱਖ-ਵੱਖ ਵਿਦਿਆਰਥੀਆਂ ਨੂੰ ਉਹਨਾਂ ਨੂੰ ਇੱਕ ਰਾਜ ਦੇ ਤੌਰ 'ਤੇ ਪੇਸ਼ ਕਰ ਸਕਦੇ ਹੋ। ਜਿਸ ਤਰ੍ਹਾਂ ਇਹ ਵਿਦਿਆਰਥੀ ਖੜਾ ਹੈ, ਇਹ ਇੱਕ ਰਾਜ ਦਾ ਪ੍ਰਤੀਕ ਹੈ। ਮੰਨ ਲਓ ਇਹ ਅਸਾਮ ਰਾਜ ਦਾ ਪ੍ਰਤੀਕ ਹੈ ਔਰ ਇਹ ਆ ਕੇ ਆਪਣੇ ਬਾਰੇ ਜਾਣਕਾਰੀ ਦੇਵੇਗਾ ਕਿ ਮੈਂ ਅਸਾਮ ਹਾਂ ਔਰ ਮੇਰੀ ਰਾਜਧਾਨੀ ਦਿਸਪੁਰ ਹੈ ਔਰ ਮੇਰੀ ਭਾਸ਼ਾ ਅਸਾਮੀ ਹੈ ਔਰ ਇਸ ਤੋਂ ਇਲਾਵਾ ਮੈਂ ਆਪਣੇ ਚਾਹ ਦੇ ਬਾਗਾਂ ਦੇ ਲਈ ਜਾਣਿਆ ਜਾਂਦਾ ਹਾਂ। ਇਸ ਤਰ੍ਹਾਂ ਇੱਕ ਰਾਜ ਨਾਲ ਜੁੜੀਆਂ 5-4 ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਲੈ ਕੇ ਵਿਦਿਆਰਥੀ ਆਪਣਾ ਟੌਪਿਕ ਪੇਸ਼ ਕਰੇਗਾ। ਇਸ ਤਰ੍ਹਾਂ ਭਾਰਤ ਦੇ 28 ਦੇ 28 ਰਾਜਾਂ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਵਿਦਿਆਰਥੀ ਦੇਣਗੇ ਤਾਂ ਇਹ ਇੱਕ ਨਿਵੇਕਲੇ ਤੌਰ ਦਾ ਟੌਪਿਕ ਤੁਸੀਂ ਤਿਆਰ ਕਰ ਸਕਦੇ ਹੋ। ਨੈਕਸਟ ਸਾਡਾ ਟੌਪਿਕ ਭਾਰਤ ਦਾ 3D ਫਿਜ਼ੀਕਲ ਨਕਸ਼ਾ ਹੋ ਸਕਦਾ ਹੈ, ਭੌਤਿਕੀ ਨਕਸ਼ਾ ਹੋ ਸਕਦਾ ਹੈ। ਇਹ ਨਕਸ਼ਾ ਤਿਆਰ ਕਰਨ ਦੇ ਲਈ ਤੁਹਾਨੂੰ ਇੱਕ ਕਾਰਡਬੋਰਡ ਜਾਂ ਗੱਤੇ ਦੀ ਲੋੜ ਹੋਵੇਗੀ। ਹੁਣ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਦਾ ਨਕਸ਼ਾ ਤੁਸੀਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਹੋ, ਜਿਸ ਵਿੱਚ ਪਹਾੜ ਵੀ ਉੱਭਰੇ ਹੋਏ ਨੇ ਔਰ ਨਦੀਆਂ ਵੀ ਦਿਖਾਈ ਦੇ ਰਹੀਆਂ ਨੇ। ਇਹ ਬਿਲਕੁਲ ਧਰਤੀ ਦੇ ਅਸਲੀ ਭੌਤਿਕ ਨਾਲ ਮਿਲਦਾ ਹੋਇਆ ਨਕਸ਼ਾ ਹੈ। ਇਸ ਨੂੰ ਤਿਆਰ ਕਰਨ ਦੀ ਵਿਧੀ ਅਸੀਂ ਤੁਹਾਨੂੰ ਦੱਸਦੇ ਹਾਂ। ਇਸ ਲਈ ਤੁਸੀਂ ਕਾਰਡਬੋਰਡ ਦੇ ਉੱਪਰ ਕਾਰਬਨ ਕਾਪੀ ਦੇ ਵਰਤੋਂ ਕਰਦੇ ਹੋਏ ਇੱਕ ਨਕਸ਼ਾ ਉਲੀਕ ਲੈਣਾ ਹੈ ਔਰ ਉਸ ਨਕਸ਼ੇ ਨੂੰ ਉਲੀਕਣ ਤੋਂ ਬਾਅਦ ਜੋ ਆਪਣੇ ਘਰਾਂ ਦੇ ਵਿੱਚ ਜਾਲੀ ਵਰਤੀ ਜਾਂਦੀ ਹੈ ਉਸ ਦੇ ਟੁਕੜਿਆਂ ਨੂੰ ਉਸ ਜਗ੍ਹਾ ਦੇ ਉੱਪਰ ਲਗਾ ਦੇਣਾ ਹੈ, ਜਿਸ ਨੂੰ ਅਸੀਂ ਉਚਾਈ ਵਿੱਚ ਦਰਸਾਉਣਾ ਹੈ, ਜਿਵੇਂ ਹਿਮਾਲਿਆ ਦਾ ਖੇਤਰ ਔਰ ਇਹ ਦੱਖਣੀ ਭਾਰਤ ਦਾ ਪ੍ਰਾਇਦੀਪੀ ਪਠਾਰ। ਤਾਂ ਇਸ ਖੇਤਰ ਦੇ ਵਿੱਚ ਅਸੀਂ ਜਾਲੀ ਲਗਾ ਦਿੱਤੀ। ਜਾਲੀ ਲਗਾਉਣ ਤੋਂ ਬਾਅਦ ਅਸੀਂ ਇਸ ਦੇ ਉੱਪਰ POP ਦਾ ਲੇਪ ਲਗਾ ਦੇਣਾ ਹੈ ਤਾਂ ਜੋ ਕਿ ਬਿਲਕੁਲ ਇਕਸਾਰ ਦਿਖਾਈ ਦੇਣ ਲੱਗ ਜਾਵੇ। ਉੱਚੀ ਜਗ੍ਹਾ ਉੱਚੀ ਔਰ ਜੋ ਧਰਤੀ ਭਾਰਤ ਦਾ ਨੀਵਾਂ ਭਾਗ ਹੈ ਉਹ ਨੀਵਾਂ ਦਿਖਾਈ ਦੇਣ ਲੱਗ ਜਾਵੇ। ਇਸ ਤੋਂ ਬਾਅਦ ਰੰਗਾਂ ਦੀ ਮਦਦ ਦੇ ਨਾਲ ਤੁਸੀਂ ਇਸ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ ਔਰ ਨਦੀ ਦੇ ਲਈ ਇਸ ਵਿੱਚ ਬਲੂ ਰੰਗ ਭਰ ਸਕਦੇ ਹੋ, ਪਹਾੜਾਂ ਦੇ ਲਈ ਬਰਾਊਨ ਔਰ ਮੈਦਾਨੀ ਭਾਗਾਂ ਦੇ ਲਈ ਗ੍ਰੀਨ ਰੰਗ। ਤਾਂ ਇਸ ਤਰ੍ਹਾਂ ਤੁਸੀਂ ਇੱਕ 3D ਨਕਸ਼ਾ ਤਿਆਰ ਕਰ ਸਕਦੇ ਹੋ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਦੇ ਲਈ ਟੌਪਿਕਾਂ ਉੱਪਰ ਮਾਡਲ ਬਣਾਏ ਜਾ ਸਕਦੇ ਨੇ। ਉਮੀਦ ਹੈ ਕਿ ਤੁਹਾਨੂੰ ਸਾਡੇ ਇਹ ਵਾਲੇ ਦਿੱਤੇ ਹੋਏ ਆਈਡੀਆ ਪਸੰਦ ਆਏ ਹੋਣਗੇ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਵੀਡੀਓ ਦੇਖਣ ਦੇ ਲਈ ਆਪ ਸਭ ਦਾ ਧੰਨਵਾਦ ਜੀ।